Good morning, students. Today I'll continue 6th chapter, The 100 Races Part 2 from your book First Flight. And the writer of the chapter is E.I. Soerister. Okay, so let's begin the chapter with the introduction. Already I have covered the previous chapter, chapter number 5th, The 100 Races Part 1, in which half a story you all have gone through. So this part 2 has started further on, and the story is same about of the Wanda Petronsky. Okay, while the class was circling the room, the monitor from the principal office brought Miss Mason a note. Miss Mason read it several times and studied it thoughtfully for a while. Then she clapped her hands. ਸੋ ਇਸ ਚੈਪਟਰ ਦੇ ਵਿੱਚ ਅੱਗੇ ਵਾਂਡਾ ਦੀ ਸਟੋਰੀ ਨੂੰ ਕੰਟੀਨਿਊ ਕਰਦੇ ਹੋਏ ਰਾਈਟਰ ਕਹਿ ਰਿਹਾ ਕਿ ਜਦੋਂ ਕਲਾਸ ਜਿਹੜੀ ਹੈ ਰੂਮ ਦੇ ਅੰਦਰ ਬੱਚੇ ਪਹੁੰਚ ਗਏ ਕਲਾਸਰੂਮ ਦੇ ਅੰਦਰ, ਦੈਨ ਮੋਨੀਟਰ ਨੇ ਪ੍ਰਿੰਸੀਪਲ ਆਫਿਸ ਦੇ ਵਿੱਚ ਜਾ ਕਰਕੇ ਇੱਕ ਨੋਟ ਫੜ ਕੇ ਲੈ ਕੇ ਆਂਦਾ ਔਰ ਮੋਨੀਟਰ ਦੇ ਹੱਥ 'ਤੇ ਜਿਹੜਾ ਨੋਟ ਸੀਗਾ ਉਹ ਮਿਸ ਮੈਸਨ ਨੂੰ ਫੜਾਤਾ। ਮਿਸ ਮੈਸਨ ਨੇ ਉਸ ਨੋਟ ਨੂੰ ਕਈ ਵਾਰੀ ਪੜ੍ਹਿਆ। ਮਿਸ ਮੈਸਨ ਜਿਹੜੇ ਸੀਗੇ ਉਹ ਉਹਨਾਂ ਦੇ ਕਲਾਸ ਦੇ ਟੀਚਰ ਸੀਗੇ ਔਰ ਬਹੁਤ ਹੀ ਧਿਆਨ ਨਾਲ ਹੀ ਪੜ੍ਹਿਆ। ਉਸ ਤੋਂ ਬਾਅਦ ਕਲੈਪਿੰਗ ਕਰਨੀ ਸ਼ੁਰੂ ਕਰਤੀ। ਅਟੈਂਸ਼ਨ ਕਲਾਸ, ਐਵਰੀਵਨ ਬੈਕ ਟੂ ਦੇਅਰ ਸੀਟ। ਉਸ ਤੋਂ ਬਾਅਦ ਮਿਸ ਮੈਸਨ ਨੇ ਕੀ ਕਿਹਾ ਕਿ ਸਾਰੀ ਕਲਾਸ ਸ਼ਾਂਤ ਹੋ ਜਾਏ ਔਰ ਆਪਣੀ ਆਪਣੀ ਸੀਟ 'ਤੇ ਚਲੇ ਜਾਓ। When the shuffling of feet had stopped and the room was still and quiet, Miss Mason said, I have a letter from Wanda's father that I want to read to you. ਤੇ ਜਦੋਂ ਕਲਾਸ ਦੇ ਵਿੱਚ ਸਾਰੇ ਬੱਚੇ ਦੀ ਸ਼ੂਜ਼ ਦੀ ਸਫਲਿੰਗ ਰੁਕ ਗਈ, ਯਾਨੀ ਕਿ ਜਿਹੜੀ ਆਵਾਜ਼ ਸੀਗੀ ਉਹ ਥੋੜ੍ਹੀ ਦੇਰ ਦੇ ਲਈ ਰੁਕ ਗਈ। ਸ਼ਫਲਿੰਗ ਮੀਨਸ ਜਿਹੜੀ ਬਾਰ-ਬਾਰ ਹੀ ਸ਼ੂਜ਼ ਦੀ ਆਵਾਜ਼ ਆ ਰਹੀ ਸੀਗੀ। ਦੈਨ ਉਹਨਾਂ ਨੇ ਮਿਸ ਮੈਸਨ ਨੇ ਇੱਕ ਲੈਟਰ ਪੜ੍ਹਿਆ ਔਰ ਕਿਹਾ ਕਿ ਵਾਂਡਾਸ ਦੇ ਫਾਦਰ ਨੇ ਆਪਣੇ ਲਈ ਇੱਕ ਲੈਟਰ ਲਿਖਿਆ ਹੋਇਆ ਹੈ, ਸੋ ਮੈਂ ਉਹ ਲੈਟਰ ਪੂਰੇ ਕਲਾਸ ਦੇ ਸਾਹਮਣੇ ਪੜ੍ਹਨਾ ਚਾਹੁੰਦੀ ਹਾਂ। Miss Mason stood there a moment and the silence in the room grew tense and expected. Miss Mason ਜਿਹੜੇ ਸੀਗੇ ਉਹ ਰੂਮ ਦੇ ਵਿੱਚ ਜਦੋਂ ਲੈਟਰ ਪੜ੍ਹ ਰਹੇ ਸੀਗੇ, ਦੈਨ ਸਾਰੀ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਪੀਸਫੁਲ ਇਨਵਾਇਰਮੈਂਟ ਸੀਗਾ, ਯਾਨੀ ਕਿ ਬਹੁਤ ਜ਼ਿਆਦਾ ਟੈਂਸ ਵਾਲਾ ਮਾਹੌਲ ਹੋ ਗਿਆ ਸੀਗਾ ਔਰ ਇਹ ਮਾਹੌਲ ਜਿਹੜਾ ਸੀਗਾ, ਇਨਵਾਇਰਮੈਂਟ ਜਿਹੜਾ ਸੀਗਾ ਉਹ ਐਕਸਪੈਕਟਡ ਵੀ ਸੀਗਾ। ਆਈ ਮੀਨ ਥੋੜ੍ਹੀ ਦੇਰ ਦੇ ਲਈ ਇੰਸਟੈਂਟ ਜਿਹੜਾ ਸਾਇਲੈਂਸ ਹੁੰਦਾ ਹੈਗਾ ਉਹ ਪੂਰੇ ਕਲਾਸ ਦੇ ਵਿੱਚ ਆ ਗਿਆ ਸੀਗਾ ਔਰ ਇਹ ਜ਼ਿਆਦਾ ਹੀ ਸੀਰੀਅਸ ਹੁੰਦਾ ਜਾ ਰਿਹਾ ਸੀਗਾ, ਜਿਹੜਾ ਕਿ ਐਕਸਪੈਕਟਡ ਹੀ ਸੀਗਾ ਕਿਉਂਕਿ ਆਲਰੇਡੀ ਵਾਂਡਾ ਦਾ ਮਜ਼ਾਕ ਕਲਾਸ ਦੇ ਬੱਚੇ ਨੇ ਬਣਾਇਆ ਸੀਗਾ ਔਰ ਇਸ ਕਰਕੇ ਵਾਂਡਾ ਕਾਫੀ ਦਿਨਾਂ ਤੋਂ ਸਕੂਲ ਨਹੀਂ ਆਈ ਸੀਗੀ। ਗ੍ਰੀਵ ਟੈਂਸ ਯਾਨੀ ਕਿ ਜ਼ਿਆਦਾ ਵੱਧ ਜਾਣਾ, ਯਾਨੀ ਕਿ ਹੋਪ ਔਰ ਐਕਸਪੈਕਟਡ ਜਿਹੜਾ ਵਰੀ ਸੀਗਾ, ਟੈਂਸ਼ਨ ਸੀਗਾ ਉਹ ਐਕਸਪੈਕਟਡ ਸੀਗਾ, ਯਾਨੀ ਕਿ ਪਤਾ ਸੀਗਾ ਬੱਚੇ ਨੂੰ ਕਿ ਹਾਂ ਡੈਫੀਨੇਟਲੀ ਵਾਂਡਾ ਦੇ ਫਾਦਰ ਨੇ ਕੁਝ ਇਸ ਤਰ੍ਹਾਂ ਲਿਖਿਆ ਹੋਊਗਾ ਜਿਹੜਾ ਆਪਾਂ ਨਹੀਂ ਐਕਸਪੈਕਟ ਕਰ ਰਹੇ। The teacher adjusted her glasses slowly and deliberately. Her manner indicated that what was coming. ਟੀਚਰ ਨੇ ਆਪਣੇ ਆਂਖ ਦੇ ਉੱਤੇ ਜਿਹੜਾ ਗਲਾਸ ਲਗਾਇਆ ਸੀਗਾ, ਯਾਨੀ ਕਿ ਜਿਹੜੇ ਸਪੈਕਸ ਲਾਏ ਸੀਗੇ, ਉਹਨੂੰ ਬਹੁਤ ਹੌਲੀ ਹੌਲੀ ਜਾਣ ਬੁੱਝ ਕਰਕੇ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਔਰ ਟੀਚਰ ਦਾ ਮੈਨਰ ਕੀ ਸ਼ੋਅ ਕਰ ਰਿਹਾ ਸੀਗਾ, ਉਹਨਾਂ ਦੇ ਬਿਹੇਵੀਅਰ ਨੂੰ ਦੇਖ ਕਰਕੇ ਕਲਾਸ ਦੇ ਬੱਚੇ ਨੂੰ ਲੱਗ ਰਿਹਾ ਸੀਗਾ ਕਿ ਉਹ ਜਾਣ ਕੇ ਕਰ ਰਹੇ ਹੈ, ਯਾਨੀ ਕਿ ਕੋਈ ਚੀਜ਼ ਜਿਹੜੀ ਹੈ ਉਹ ਥੋੜ੍ਹੀ ਜਿਹੀ ਸੀਰੀਅਸ ਆ। ਸੋ this letter from Wanda's father was a matter of great importance. Everybody listened closely as Miss Mason read and brief note. Miss Mason ਨੇ ਕੀ ਕਿਹਾ ਕਿ ਆਹ ਲੈਟਰ ਜਿਹੜਾ ਹੈਗਾ ਉਹ ਵਾਂਡਾ ਦੇ ਫਾਦਰ ਨੇ ਸੈਂਡ ਕੀਤਾ ਔਰ ਸਾਰੀ ਕਲਾਸ ਜਿਹੜੀ ਹੈ ਉਹ ਬਹੁਤ ਹੀ ਧਿਆਨ ਦੇ ਨਾਲ ਇਸ ਲੈਟਰ ਨੂੰ ਸੁਣੇ ਔਰ ਮਿਸ ਮੈਸਨ ਨੇ ਰੀਡ ਕਰਨਾ ਸ਼ੁਰੂ ਕਰਤਾ। ਡੀਅਰ ਟੀਚਰ, ਉਹਨਾਂ ਨੇ ਕਿਹਾ ਜਿਹੜੇ ਵਾਂਡਾ ਦੇ ਫਾਦਰ ਸੀਗੇ ਉਹਨਾਂ ਨੇ ਲੈਟਰ ਦੀ ਸਟਾਰਟਿੰਗ ਕਿਵੇਂ ਕੀਤੀ ਸੀਗੀ। ਡੀਅਰ ਟੀਚਰ, ਮਾਈ ਵਾਂਡਾ ਵਿਲ ਨਾਟ ਕਮ ਟੂ ਯੂਰ ਸਕੂਲ ਐਨੀ ਮੋਰ। ਜੇਕ ਆਲਸੋ। ਨਾਓ ਵੀ ਮੂਵ ਅਵੇ ਟੂ ਬਿਗ ਸਿਟੀ। No more holler Polak. No more ask why funny name. Plenty of funny names in the big city. Yours truly, Jan Petronsky. अब वांडा दे फादर ने की लिखिया सीगा मिस्टर जैन पेट्रॉन्स्की ने कि डीयर टीचर वांडा जिहड़ी है वो थोड़े स्कूल हुण अगे नहीं आऊगी। जेक भी नहीं आऊगा। जेक उन्हां दे सन दा नेम सीगा।
ਕਹਿੰਦੇ ਹੁਣ ਆਪਾਂ ਇੱਕ ਬਹੁਤ ਬੜੇ ਸ਼ਹਿਰ ਯਾਨੀ ਕਿ ਸਿਟੀज़ ਦੇ ਵਿੱਚ ਮੂਵ ਕਰ ਚੁੱਕੇ ਹਾਂ। अब कह रहे नो मोर होलर पोलैक, ਇਹਦਾ मतलब ਹੁੰਦਾ ਹੈਗਾ इंसल्ट या मजाक बनाना। होलर पोलैक ਦਾ मतलब ਹੁੰਦਾ ਹੈਗਾ इंसल्ट या मजाक बनाना किसी बच्चे ਦਾ। फिर उन्होंने कहा ना ही कोई मेरे बच्चे ਨੂੰ, ना तो ਉਹਦਾ कोई मजाक बनाऊगा और ना ही कोई मेरे बच्चे ਦਾ फनी नेम कह के ਉੱਤੇ ਹੱਸੂਗਾ, क्योंकि शहर ਦੇ ਵਿੱਚ बिग सिटीज़ ਦੇ ਵਿੱਚ बहुत सारे फनी नेम ਹੁੰਦੇ, प्लेंटी यानी कि इनफ, बहुत सारे फनी नेम होंगे है। उस तो बाद उन्होंने वो लेटर उत्थे ही फिनिश कर दी। A deep silence made the reading of this letter. Miss Mason took off her glasses, blew on them and wiped them on her soft white handkerchief. पूरी क्लास ਦੇ ਵਿੱਚ पूरी तरह साइलेंस आ गया ਸੀਗਾ। उस ਲੈਟਰ ਨੂੰ ਪੜ੍ਹਨ ਤੋਂ ਬਾਅਦ ਮਿਸ ਮੈਸਨ ਨੇ ਆਪਣੀ ਅੱਖਾਂ ਤੋਂ ਆਪਣੀ ਗਲਾਸ ਥੱਲੇ ਕਰ ਲਿੱਤੀ ਔਰ ਉਸ ਤੋਂ ਬਾਅਦ ਵਾਈਟ ਕਲਰ ਦਾ ਹੈਂਕਰਚੀਫ ਸੀਗਾ, ਉਹਨਾਂ ਦੀ ਹੈਂਕੀ ਸੀਗੀ, ਉਸ ਤੋਂ ਆਪਣੀ ਅੱਖ ਸਾਫ਼ ਕਰਦੇ ਹੋਏ ਦਿਸੇ। ਇਹਦਾ ਮਤਲਬ ਕਿ ਉਹ ਬਹੁਤ ਜ਼ਿਆਦਾ ਹਰਟ ਹੋ ਗਏ ਸੀਗੇ। Then she put them on again and put them on again and look at the class. When she spoke her voice was very low. दोबारा उन्होंने क्लास अपनी अखा ते पाया ते क्लास दी वालों देखिया और जदों बोलना शुरू किया then उन्हों की आवाज़ जिहड़ी सीगी वो काफ़ी ज़्यादा लो साउंड कर रही सीगे। इहदा मतलब वो काफ़ी अपसेट लग रहे सीगे। I'm sure that none of the boys and girls in the room 13 would purposely and deliberately hurt anyone's feeling because his or her name happened to be a long, unfamiliar one. फिर उन्होंने की कहा कि मैनू तो पूरा यकीन है कि रूम नंबर 13 के कोई भी बॉयज़ या गर्ल्स ने जानबूझ करके, पर्पसली मतलब इंटेंसली, नोइंगली और जानबूझ करके वांडा दा मजाक नहीं बनाया होगा, उन्होंने हर्ट नहीं किया होगा। क्यों? क्योंकि ਉਹਦਾ नेम अनफेमिलियर है या काफ़ी बड़ा है। मीनस कि एज अ टीचर वो अपनी क्लास ਨੂੰ एक गल दस रहे ਸੀਗੇ। फिर ਕਹਿੰਦੇ आई प्रीफर, यानी कि ਜਦੋਂ ਆਪਾਂ किसी चीज़ ਨੂੰ चूज़ करते हैं then वो ਕਹਿੰਦੇ आई प्रीफर to think that what was sad in thoughtlessness। फिर उस तो आगे कहते हैं कि मैं मनदी हाँ कि जो कुछ भी कहा गया होगा वो बिना सोचे समझे, बिना किसी इंटेंशन दे, यानी कि बिना ये जाने समझे कि हाँ इस तो कोई हर्ट होगा, किसी को बुरा लगेगा, कहा गया। आई नो दैट ऑल ऑफ यू फील द वे आई डू, that this is a very unfortunate thing to have happened, unfortunate and sad both, and I want you all to think about it। फिर मिस मैसन की कहते कि मैनू पता कि थोड़े सारिਆਂ ਨੂੰ बुरा लग रहा होगा, क्योंकि मैनू भी बहुत ज़्यादा बुरा लग रहा। ਜਿਹੜਾ कुछ होया वो बहुत ही अनफॉर्चुनेट सीगा, यानी कि बहुत ज़्यादा बुरा हो गया और बुरा होने ਦੇ ਨਾਲੇ सैड भी सीगा। और मैं की चाਹੁੰਦੀ है कि तुसी सारे ही इस गल ਨੂੰ ध्यान ਨਾਲ ही सोचो, इस टॉपिक ते ध्यान दो। The first period was a study period. Maddie tried to prepare her lesson but she couldn't put her mind on her work. She had a very sick feeling in the bottom of her stomach. फर्स्ट पीरियड ਜਿਹੜਾ ਸੀਗਾ ਉਹ ਸਟੱਡੀ ਵਾਲਾ ਪੀਰੀਅਡ ਸੀਗਾ। मैडी ने बहुत ज़्यादा कोशिश की कि अपना ध्यान लैसन वालों लाए, बट वो अपना ध्यान लैसन या स्टडी वर्क ਦੇ ਵਿੱਚ नहीं ला पा रही ਸੀਗੀ, क्योंकि ਉਹਨੂੰ बहुत ज़्यादा बुरा लग रहा ਸੀਗਾ। ਉਹਦੇ स्टमक ਤੇ पेन होना, यानी कि बहुत बुरा फील हो रहा सीगा। True, she had not enjoyed listening to Peggy ask Wanda how many dresses she had in her closet, but she had said nothing. So what was the feeling of Maddie here? कह रही कि ये तो सच है कि ਜਦੋਂ भी ਪੈਗੀ ਉਹ ਤੋਂ ਪੁੱਛਦੀ ਸੀਗੀ ਵਾਂਡਾ ਤੋਂ ਕਿ ਕਿੰਨੀ ਡਰੈਸਿਸ ਉਹਦੇ ਕਲੋਜ਼ਟ ਤੇ ਹੈਗੀ ਆ, ਉਹਨੂੰ ਉਹ ਇਸ ਗੱਲ ਨੂੰ ਲੈ ਕੇ ਕਦੇ ਵੀ ਇੰਜੋਏ ਨਹੀਂ ਕੀਤਾ, यानी कि मैडी ने कदे भी इस गल ਨੂੰ ਲੈ ਕੇ ਇੰਜੋਏ नहीं ਕੀਤਾ। पर मैडी ਦੀ ਕੀ ਫਾਲਟ ਸੀਗੀ कि मैडी ने ਕਿਹਾ ਵੀ ਨਹੀਂ ਸੀਗਾ ਕੁਝ, ਨਾ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ। ਦੈਨ ਆ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ मैडी ਨੂੰ फील हो रही ਸੀਗੀ और ਉਹਨੂੰ बुरा लग रहा ਸੀਗਾ। फिर वो की कह रही है that she had stood by silently and that was just as bad as what Peggy had not considered. They were being mean, but she, Maddie, had thought they were doing wrong. She could put herself in Wanda's shoes.
ਐਂਡ ਨਾਓ ਵਟ ਸ਼ੀ ਇਜ਼ ਥਿੰਕਿੰਗ, ਕਹਿੰਦੇ ਹੈ ਕਿ ਚੁੱਪ ਕਰਕੇ ਸਾਰੀ ਗੱਲ ਸੁਣ ਰਹੀ ਹੁੰਦੀ ਹੈ ਜਦੋਂ ਵੀ ਪੈਗੀ ਨੇ ਉਹਦਾ ਮਜ਼ਾਕ ਬਣਾਇਆ, ਔਰ ਪੈਗੀ ਉਹਦੇ ਨਾਲ ਬੁਰਾ ਤਾਂ ਕਰ ਰਹੀ ਸੀਗੀ। ਫਿਰ ਉਹ ਕਹਿੰਦੀ ਹੈ ਕਿ ਮੈਂ ਕੀ ਹਾਂ, ਮੈਂ ਇੱਕ ਬਹੁਤ ਹੀ ਜ਼ਿਆਦਾ ਕਵਰਡ ਹੈ, ਯਾਨੀ ਕਿ ਡਰਪੋਕ ਹੈ। ਐਟਲੀਸਟ ਮੈਂ ਪੈਗੀ ਦੇ ਨਾਲ ਖੜੀ ਤਾਂ ਨਾ ਹੁੰਦੀ, ਯਾਨੀ ਕਿ ਜਦੋਂ ਮੈਂ ਉਹਨੂੰ ਕਹਿ ਦਿੰਦੀ, ਆਪਣੀ ਗੱਲ ਸਮਝਾ ਦਿੰਦੀ, ਦੈਨ ਐਟਲੀਸਟ ਉਹਨੂੰ ਪਤਾ ਤਾਂ ਲੱਗ ਜਾਂਦਾ। ਮੈਡੀ ਹੈਡ ਥੋਟ ਦੇ ਵਰ ਡੂਇੰਗ ਰੋਂਗ, ਔਰ ਮੈਡੀ ਨੂੰ ਇਹ ਗੱਲ ਸਮਝ ਆ ਗਈ ਕਿ ਉਹਨਾਂ ਤੋਂ ਗਲਤੀ ਹੋ ਗਈ ਹੈ। ਉਸ ਤੋਂ ਬਾਅਦ ਉਹ ਥੋੜ੍ਹੇ ਟਾਈਮ ਦੇ ਲਈ ਵਾਂਡਾਸ ਦੇ ਸ਼ੂਜ਼ 'ਤੇ ਆਪਣਾ ਪੈਰ ਪਾ ਕੇ ਦੇਖਦੀ ਹੈ। ਇਹਦਾ ਮਤਲਬ ਵਾਂਡਾ ਦੀ ਸਿਚੁਏਸ਼ਨ ਨੂੰ ਇਮੇਜਿਨ ਕਰਕੇ ਦੇਖਦੀ ਹੈ। ਗੁੱਡਨੈਸ, was not there anything she could do? If only she could tell Wanda she had not meant to hurt her feeling. ਕਹਿੰਦੀ ਵਾਕਈ ਉਹ ਕੁਛ ਤਾਂ ਕਰ ਸਕਦੀ ਸੀਗੀ ਵਾਂਡਾ ਦੇ ਲਈ। ਉਹ ਸਿਰਫ ਇੰਨਾ ਹੀ ਕਰਦੀ ਕਿ ਉਹ ਵਾਂਡਾ ਨੂੰ ਇਹ ਕਹਿ ਦਿੰਦੀ ਕਿ ਉਹ ਉਹਨਾਂ ਦੀ ਫੀਲਿੰਗ ਨੂੰ ਹਰਟ ਨਹੀਂ ਕਰਨਾ ਚਾਹੁੰਦੀ ਹੈ। She turned out and stole a glance at Peggy, but Peggy did not look up. ਉਹ ਥੋੜ੍ਹਾ ਟਰਨ ਹੋ ਕਰਕੇ ਇੱਕ ਵਾਰੀ ਪੈਗੀ ਨੂੰ ਦੇਖਦੀ ਹੈ, ਪਰ ਪੈਗੀ ਉਹਨੂੰ ਧਿਆਨ ਨਹੀਂ ਦਿੰਦੀ, ਯਾਨੀ ਕਿ ਪੈਗੀ ਆਪਣੇ ਕੰਮ ਦੇ ਵਿੱਚ ਲੱਗੀ ਹੋਈ ਹੈ। She seemed to be studying hard. Well, whether Peggy felt badly or not, Maddie had to do something. She had to find Wanda Petronsky. Maybe she had not yet moved away. ਹੁਣ ਇੱਥੇ ਕੀ ਕਹਿੰਦੀ ਹੈ ਪੈਗੀ ਜਿਹੜੀ ਹੈ ਆਪਣੀ ਪੂਰੀ ਸਟੱਡੀ ਦੇ ਵਿੱਚ ਬਿਜ਼ੀ ਹੈ, ਔਰ ਉਹ ਉੱਤੇ ਵੀ ਨਹੀਂ ਦੇਖ ਰਹੀ ਹੈ, ਔਰ ਐਂ ਲੱਗ ਰਿਹਾ ਜਿਵੇਂ ਪੈਗੀ ਜਿਹੜੀ ਹੈ ਬਹੁਤ ਜ਼ਿਆਦਾ ਹਾਰਡ ਸਟੱਡੀ ਕਰ ਰਹੀ ਹੈ। ਸੋ ਕਹਿੰਦੀ ਚਾਹੇ ਪੈਗੀ ਨੂੰ ਬੁਰਾ ਲੱਗਿਆ ਹੋ ਜਾਂ ਨਾ ਲੱਗਿਆ ਹੋ, ਪਰ ਮੈਡੀ ਕੀ ਕਹਿੰਦੀ ਹੈ ਕਿ ਮੈਂ ਵਾਂਡਾ ਪੈਟਰਨਸਕੀ ਨੂੰ ਫਾਈਂਡ ਆਊਟ ਕਰਨਾ, ਹੋ ਸਕਦਾ ਹੈਗਾ ਕਿ ਉਹ ਹਲੇ ਸ਼ਹਿਰ ਛੱਡ ਕੇ ਨਾ ਗਈ ਹੋ। ਮੇ ਬੀ ਪੈਡੀ ਵੁੱਡ ਕਲਾਈਮ ਦ ਹਾਈਟ ਵਿਦ ਹਰ ਐਂਡ ਦੇ ਵੁੱਡ ਟੈਲ ਵਾਂਡਾ ਸ਼ੀ ਹੈਡ ਵੋਨ ਦ ਕੰਟੈਸਟ, that they thought she was smart and the 100 dresses were beautiful. ਫਿਰ ਕਹਿੰਦੀ ਕੀ ਪਤਾ ਜਦੋਂ ਉਹ ਜਾਏ, ਯਾਨੀ ਕਿ ਬੋਗਿਨ ਹਾਈਟਸ ਦੇ ਉੱਤੇ ਜਾਏ, ਦੈਨ ਪੈਗੀ ਵੀ ਉਹਨੂੰ ਜੁਆਇਨ ਕਰ ਲੇ। ਫਿਰ ਉਹ ਕਹਿੰਦੀ ਕਿ ਮੈਂ ਵਾਂਡਾ ਨੂੰ ਮਿਲ ਕਰਕੇ ਉਹਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਕੰਟੈਸਟ ਜੀਤ ਚੁੱਕੀ ਹੈ ਔਰ ਉਹ ਵਿਨਰ ਰਹੀ ਹੈ, ਔਰ ਉਹਦੇ ਸਾਰੇ ਡਰੈਸਿਸ ਜਿਹੜੇ ਹੈਗੇ ਬਹੁਤ ਸੋਹਣੇ ਸੀਗੇ, ਬਹੁਤ ਜ਼ਿਆਦਾ ਬਿਊਟੀਫੁਲ ਸੀਗੇ। ਇਟ ਮੀਨਸ ਕਿ ਉਹ ਉਹਦੀ ਫੀਲਿੰਗ ਨੂੰ ਹਰਟ ਵੀ ਨਹੀਂ ਕਰਨਾ ਚਾਹੁੰਦੀ ਸੀਗੀ, ਨਾਲ ਉਹਨੂੰ ਇਹ ਦੱਸਣਾ ਚਾਹੁੰਦੀ ਸੀਗੀ ਕਿ ਸਾਰੇ ਡਰੈਸਿਸ ਜਿਹੜੇ ਹੈਗੇ ਉਹ ਬਹੁਤ ਨਾਈਸ ਸੀਗੇ। ਆਪਣੇ ਆਪ ਨੂੰ ਗਿਲਟ ਫੀਲਿੰਗ ਤੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ ਮੈਡੀ। Now, when school was dismissed in the afternoon, Peggy said with pretended casualness, "Hey, let's go and see if that kid has left town or not." ਜਿਵੇਂ ਸਕੂਲ ਫਿਨਿਸ਼ ਹੋਇਆ, ਡਿਸਮਿਸਡ ਹੋਣਾ ਯਾਨੀ ਕਿ ਓਵਰ ਹੋ ਜਾਣਾ, ਜਦੋਂ ਸਕੂਲ ਦਾ ਟਾਈਮ ਖਤਮ ਹੋ ਗਿਆ, ਦੈਨ ਕੀ ਹੋਇਆ ਆਫਟਰਨੂਨ ਦੇ ਟਾਈਮ ਬਹੁਤ ਹੀ ਜ਼ਿਆਦਾ ਐਕਸਪੈਕਟਡ, ਯਾਨੀ ਕਿ ਪੈਗੀ ਤੋਂ ਮੈਡੀ ਨੂੰ ਇਸ ਗੱਲ ਦੀ ਐਕਸਪੈਕਟੈਂਸੀ ਸੀਗੀ, ਯਾਨੀ ਐਕਸਪੈਕਟ ਕਰ ਰਹੀ ਸੀਗੀ, ਬਹੁਤ ਹੀ ਜ਼ਿਆਦਾ ਕੈਜੂਅਲ ਵੇ ਦੇ ਪ੍ਰਟੈਂਡ ਕਰਦੀ ਹੋਈ ਕਹਿੰਦੀ ਹੈ ਕਿ ਚੱਲ ਆਪਾਂ ਦੇਖਦੇ ਹਾਂ ਕਿ ਉਹ ਕੁੜੀ ਜਿਹੜੀ ਹੈ, ਕਿਡ ਜਿਹੜੀ ਹੈ, ਉਹ ਹਲੇ ਟਾਊਨ ਛੱਡ ਕੇ ਗਈ ਹੈ ਜਾਂ ਨਹੀਂ, ਆਪਾਂ ਪਤਾ ਕਰੀਏ। ਮਤਲਬ ਪੈਗੀ ਤੋਂ ਇਹ ਗੱਲ ਆਲਰੇਡੀ ਮੈਡੀ ਐਕਸਪੈਕਟ ਕਰ ਰਹੀ ਸੀਗੀ, ਉਹਦੀ ਬੈਸਟ ਫਰੈਂਡ ਜਿਹੜੀ ਸੀਗੀ, ਔਰ ਫਿਰ ਉਹ ਖੁਸ਼ ਹੋ ਜਾਂਦੀ ਹੈ ਕਿ ਚਲੋ। ਸੋ ਪੈਗੀ had the same idea. ਮੈਡੀ glowed. Peg was really all right. ਔਰ ਫਿਰ ਮੈਡੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਸੇਮ ਉਹ ਸੋਚ ਰਹੀ ਹੈ ਜਿਸ ਤਰ੍ਹਾਂ ਮੈਡੀ ਸੋਚ ਰਹੀ ਸੀਗੀ। ਸੋ the two girls hurried out of the building up the street towards Boggin Heights, the part of the town that was such a forbidding air on this kind of November afternoon, drizzling, damp and dismal. ਕਹਿੰਦੇ ਦੋਨੋਂ ਹੀ ਗਰਲ ਬਹੁਤ ਛੇਤੀ ਬਿਲਡਿੰਗਸ ਤੋਂ ਬਾਹਰ ਨਿਕਲ ਕਰਕੇ ਉਸ ਰਾਸਤੇ 'ਤੇ ਤੁਰ ਪੈਂਦੀ ਹੈ ਜਿੱਥੇ ਬੋਗਿਨ ਹਾਈਟਸ ਦੇ ਲਈ ਲੋਕ ਜਾਂਦੇ ਸੀਗੇ। ਇਹ ਸ਼ਹਿਰ ਦਾ ਉਹ ਪਾਰਟ ਸੀਗਾ ਜਦੋਂ ਨਵੰਬਰ ਦਾ ਮੰਥ ਸੀਗਾ, ਉਸ ਟਾਈਮ ਵੀ ਬਹੁਤ ਤੇਜ਼ੀ ਦੇ ਨਾਲ ਹਵਾ ਚੱਲਦੀ ਸੀਗੀ ਇਸ ਏਰੀਆ ਦੇ ਵਿੱਚ, ਡ੍ਰੀਜ਼ਲਿੰਗ ਹੋ ਰਹੀ ਸੀਗੀ ਔਰ ਮੌਸਮ ਬਹੁਤ ਹੀ ਜ਼ਿਆਦਾ ਸੈਡ ਸੀਗਾ, ਵੈਟ ਐਂਡ ਸੈਡ। ਸੋ ਡੈਂਪ ਔਰ ਡਿਸਮਲ ਦਾ ਮਤਲਬ ਹੁੰਦਾ ਹੈਗਾ ਵੈਟ ਐਂਡ ਸੈਡ। ਵੈਲ ਐਟਲੀਸਟ ਸੈਡ ਪੈਗੀ gruffly, I never did call her a foreigner or make fun of her. ਐਟਲੀਸਟ ਕਹਿੰਦੀ ਕਿ ਪੈਗੀ ਜਿਹੜੀ ਹੈ ਉਹ ਦੁਖੀ ਹੋ ਕਰਕੇ ਇੰਨਾ ਹੀ ਮਤਲਬ ਕਹੇ ਕਿ ਮੈਂ ਤਾਂ ਉਹਨੂੰ ਕਦੇ ਵੀ ਫੋਰਨਰ ਨਹੀਂ ਕਿਹਾ ਔਰ ਨਾ ਹੀ ਉਹਦੇ ਨਾਮ ਦਾ ਇੰਨਾ ਮਜ਼ਾਕ ਬਣਾਇਆ। I never thought. ਫਿਰ ਕੀ ਕਹਿੰਦੀ ਆਈ
Never thought she had the sense to know we were making fun of her anyway. I thought she was too dumb and gee, look how she can draw. ਕਹਿੰਦੀ ਮੈਨੂੰ ਤਾਂ ਲੱਗਿਆ ਵੀ ਨਹੀਂ ਸੀਗਾ ਕਦੇ ਵੀ ਕਿ ਉਹਦੇ ਕੋਲ ਇੰਨਾ ਸੈਂਸ ਹੈਗਾ ਕਿ ਜਦੋਂ ਅਸੀਂ ਉਹਦਾ ਮਜ਼ਾਕ ਬਣਾ ਰਹੇ ਉਹਨੂੰ ਸਮਝ ਆ ਸਕੇ। ਯਾਨੀ ਕਿ ਮੈਨੂੰ ਹਮੇਸ਼ਾ ਇਹ ਲੱਗਿਆ ਸੀਗਾ ਕਿ ਉਹ ਤਾਂ ਕਾਫੀ ਬੇਵਕੂਫ ਹੈ, ਉਹਨੂੰ ਪਤਾ ਨਹੀਂ ਲੱਗੂਗਾ। ਔਰ ਇੰਨੀ ਜ਼ਿਆਦਾ ਬੇਵਕੂਫ ਹੈ ਇਹ ਮੈਂ ਕਦੇ ਐਕਸਪੈਕਟ ਨਹੀਂ ਕੀਤਾ ਸੀਗਾ, ਪਰ ਉਹ ਇੰਨੀ ਸਮਾਰਟ ਨਿਕਲੀ। ਉਹ ਇੰਨੀ ਸਮਾਰਟ ਨਿਕਲੀ ਕਿ ਉਹ ਇੰਨਾ ਵਧੀਆ ਡਰਾ ਕਰ ਗਈ। Mary could say nothing. All she hoped was that they would find Wanda. She wanted to tell her that they were sorry they had picked on her and how wonderful the whole school thought she was. Mary ਪੈਗੀ ਦੇ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਹੈ। ਉਹ ਕੀ ਐਕਸਪੈਕਟ ਕਰਦੀ ਜਾ ਰਹੀ ਹੈ ਪੂਰੇ ਰਾਸਤੇ ਕਿ ਉਹ ਕਿਸੇ ਤਰ੍ਹਾਂ ਵਾਂਡਾ ਨੂੰ ਮਿਲੇ, ਕਿਉਂਕਿ ਸਿਰਫ ਉਹਨੂੰ ਉਹ ਦੱਸਣਾ ਚਾਹੁੰਦੀ ਹੈ ਕਿ ਉਹ ਜਿਹੜਾ ਕੁਝ ਉਹਦੇ ਨਾਲ ਹੋਇਆ ਉਹਦੇ ਲਈ ਉਹ ਬਹੁਤ ਸੌਰੀ ਫੀਲ ਕਰ ਰਹੀ ਹੈ। ਔਰ ਫਿਰ ਉਹਨੂੰ ਉਹ ਆ ਵੀ ਦੱਸਣਾ ਚਾਹੁੰਦੀ ਹੈ ਕਿ ਸਾਰਾ ਸਕੂਲ ਉਹਦੀ ਡਰਾਇੰਗ ਨੂੰ ਦੇਖ ਕਰਕੇ, ਉਹਦੇ ਜਿਹੜੀ ਵੀ ਟੈਲੈਂਟ ਹੈ ਉਹਨੂੰ ਦੇਖ ਕਰਕੇ ਬਹੁਤ ਜ਼ਿਆਦਾ ਹੈਰਾਨ ਹੈ। ਔਰ ਉਹਦੀ ਡਰਾਇੰਗ ਜਾਂ ਉਹਦੇ ਅੰਦਰ ਜਿਹੜਾ ਹਿਡਨ ਟੈਲੈਂਟ ਹੈ ਉਹ ਬਹੁਤ ਹੀ ਜ਼ਿਆਦਾ ਗ੍ਰੇਟਫੁਲ ਹੈ, ਯਾਨੀ ਕਿ ਉਹ ਬਹੁਤ ਸੋਹਣਾ ਡਰਾਇੰਗ ਬਣਾਉਂਦੀ ਹੈ। She and Peggy would like anybody who was not nice. So what other thing they were expecting? They were expecting and that please not to move away and everybody would be nice. She and Peggy would fight anybody who was not nice. कि वो स्कूल छड़ करके ना जाए और स्कूल ਦੇ ਵਿੱਚ ਹੁਣ ਸਾਰੇ ਉਹਦੇ ਨਾਲ ਬਹੁਤ ਵਧੀਆ ਬਿਹੇਵ ਕਰਨਗੇ, ਬਟ ਜੇ ਕੋਈ ਉਹਦੇ ਨਾਲ ਵਧੀਆ ਬਿਹੇਵ ਨਹੀਂ ਕਰਦਾ ਹੈਗਾ ਦੈਨ ਡੈਫੀਨੇਟਲੀ ਪੈਗੀ ਔਰ ਮੈਡੀ ਜਿਹੜੀ ਹੈ ਉਹਦੇ ਲਈ ਫਾਈਟ ਕਰਨਗੇ। ਸਾਰੇ ਉਹਦੇ ਨਾਲ ਬਹੁਤ ਹੀ ਨਾਈਸ ਔਰ ਵਧੀਆ ਬਿਹੇਵ ਕਰਨਗੇ। ਦ ਟੂ ਗਰਲਸ ਹਰੀਡ ਔਨ, ਦੇ ਹੋਪ ਟੂ ਗੈਟ ਟੂ ਦ ਟੌਪ ਆਫ ਦ ਹਿਲ ਬਿਫੋਰ ਡਾਰਕ। ਦੋਨੋਂ ਹੀ ਬਹੁਤ ਛੇਤੀ ਪਹਾੜੀ ਦੇ ਟੌਪ 'ਤੇ ਜਾਣਾ ਚਾਹੁੰਦੀ ਸੀਗੀਆਂ ਤਾਂ ਅੰਧੇਰਾ ਹੋਣ ਤੋਂ ਪਹਿਲੇ। ਆਈ ਥਿੰਕ ਦੈਟਸ ਵੇਅਰ ਦ ਪੈਟਰੋਨਸਕੀ ਲਿਵ, ਸੈਡ ਮੈਡੀ ਪੁਆਇੰਟਿੰਗ ਟੂ ਅ ਲਿਟਲ ਵਾਈਟ ਹਾਊਸ, ਵਿਸਪ ਆਫ ਓਲਡ ਗ੍ਰਾਸ ਸਟਕ ਅਪ ਦੇਅਰ ਹੇਅਰ ਐਂਡ ਦੇਅਰ ਅਲੋਂਗ ਦ ਪਾਥਵੇ ਲਾਈਕ ਥਿਨ ਕਿਟਨਸ। ਕਹਿੰਦੀ ਹੈ ਆਈ ਥਿੰਕ ਦੈਟਸ ਵੇਅਰ ਦ ਪੈਟਰੋਨਸਕੀ ਲਿਵ। ਕਹਿੰਦੀ ਕਿ ਮੈਨੂੰ ਇਹ ਲੱਗਦਾ ਹੈਗਾ ਕਿ ਉਹ ਪਹਾੜੀ ਦਾ ਟੌਪ ਦਾ ਏਰੀਆ ਜਿਹੜਾ ਹੈਗਾ ਉੱਥੇ ਹੀ ਪੈਟਰੋਨਸਕੀ ਰਹਿੰਦੀ ਹੋਊਗੀ। ਮੈਡੀ ਕਹਿੰਦੇ ਕਿ ਵਾਈਟ ਹਾਊਸ ਨੂੰ ਉਹ ਪੁਆਇੰਟ ਕਰਦੇ ਹੋਏ ਕਹਿੰਦੀ ਹੈ ਵਿਸਪ ਆਫ ਓਲਡ ਗ੍ਰਾਸਿਸ ਸਟਕ ਦੇਅਰ, ਕਿੱਥੇ ਬਹੁਤ ਜ਼ਿਆਦਾ ਪੁਰਾਣੀ ਗ੍ਰਾਸ ਤਾਂ ਹੈਗੀ ਆ ਬਟ ਦੇ ਆਰ ਅਲੋਂਗ ਦਾ ਪਾਥਵੇ ਲਾਈਕ ਥਿਨ ਕਿਟਨਸ, ਕਿ ਜਿਵੇਂ ਉਹ ਛੋਟੇ ਛੋਟੇ ਕਿਟਨਸ ਹੁੰਦੇ ਆ ਨਾ ਬਿੱਲੀ ਦੇ ਬੱਚੇ, ਐਂ ਲੱਗਦਾ ਹੈਗਾ ਜਿਵੇਂ ਪੂਰੇ ਰਾਸਤੇ 'ਤੇ ਉਹ ਗ੍ਰਾਸ ਲੱਗੇ ਹੋਏ ਸੀਗੇ। ਦ ਹਾਊਸ ਐਂਡ ਇਟਸ ਸਪਾਰਸ ਲਿਟਲ ਯਾਰਡ ਲੁੱਕ ਸ਼ੈਬੀ ਬਟ ਕਲੀਨ, ਯਾਨੀ ਕਿ ਘਰ ਜਿਹੜਾ ਸੀਗਾ ਉਹ ਦੇਖਣ 'ਚ ਬਹੁਤ ਜ਼ਿਆਦਾ ਪੁਰਾਣਾ ਲੱਗ ਰਿਹਾ ਸੀਗਾ। ਸ਼ੈਬੀ ਮਤਲਬ ਥੋੜ੍ਹਾ ਜਿਹਾ ਪੁਰਾਣਾ ਬਟ ਕਲੀਨ ਸੀਗਾ। ਇਸ ਕਰਕੇ ਉਹ ਗੈਸ ਕਰ ਪਾ ਰਹੀ ਸੀਗੀ ਕਿ ਆ ਜਿਹੜਾ ਕਲੀਨ ਔਰ ਨੀਟ ਹੈਗਾ ਉਹਦੀ ਡਰੈਸਿਸ ਵੀ ਹੁੰਦੀ ਸੀਗੀ ਸਾਰਾ ਟਾਈਮ। So it reminded Mandy of Wanda's one dress, her faded blue cotton dress, shabby but clean. ਫਿਰ ਵਾਂਡਾ ਦੀ ਉਹ ਜਿਹੜੀ ਡਰੈਸ ਪਾ ਕੇ ਆਉਂਦੀ ਸੀਗੀ ਉਹਨੂੰ ਉਹਦਾ ਹੀ ਰਿਮਾਈਂਡਰ ਦੇ ਰਹੀ ਹੈ ਕਿ ਉਹ ਬਲੂ ਕਲਰ ਦੀ ਡਰੈਸ ਜਿਹੜਾ ਪਾ ਕੇ ਆਉਂਦੀ ਸੀਗੀ ਉਹ ਸੀਗਾ ਤਾਂ ਕਾਫੀ ਜ਼ਿਆਦਾ ਸ਼ੈਬੀ ਯਾਨੀ ਕਿ ਪੁਰਾਣਾ, ਬਟ ਉਹ ਨੀਟ ਐਂਡ ਕਲੀਨ ਸੀਗਾ, ਯਾਨੀ ਕਿ ਬਿਨਾਂ ਆਇਰਨ ਕੀਤਾ ਹੋਇਆ ਡਰੈਸ ਹੁੰਦਾ ਸੀ ਬਟ ਉਹ ਬਹੁਤ ਨੀਟ ਐਂਡ ਕਲੀਨ ਹੁੰਦਾ ਸੀਗਾ। So there was not a sign of life about the house. Peggy knocked firmly on the door, but there was no answer. ਕਹਿੰਦੇ ਦੇਖ ਕਰਕੇ ਤਾਂ ਐਂ ਲੱਗ ਰਿਹਾ ਸੀਗਾ ਜਿਵੇਂ ਘਰ ਦੇ ਵਿੱਚ ਕੋਈ ਨਾ ਹੋ। ਪੈਗੀ ਨੇ ਡੋਰ 'ਤੇ ਨੌਕ ਵੀ ਕੀਤਾ ਪਰ ਕੋਈ ਵੀ ਜਵਾਬ ਉੱਥੋਂ ਨਹੀਂ ਆਇਆ। She said Maddie went around to the backyard and knocked there. ਔਰ ਫਿਰ ਉਹ ਮੈਡੀ ਨੂੰ ਕੀ ਕਹਿੰਦੀ ਹੈ ਕਿ ਉਹ ਬੈਕਯਾਰਡ 'ਤੇ ਜਾਏ ਔਰ ਉੱਥੋਂ ਜਾ ਕਰਕੇ ਫਿਰ ਨੌਕ ਕਰੇ। Still there was no answer. ਫਿਰ ਵੀ ਕੋਈ ਜਵਾਬ ਉੱਥੋਂ ਨਹੀਂ ਆਉਂਦਾ ਹੈਗਾ। So they were sure that no one is there, and then what after that they will react, we will continue in the next video. Hopefully you will be able to understand the half chapter of 100 dresses part 2. Rest of the half chapter I will explain in my next video. Along with that I will post question answer so that you will be able to complete your written work.